Hello students, today we will discuss another topic of chapter 2 that is very important, Bragg's law in reciprocal lattice. Then we will see Brillouin zone of square lattice, SCC, BCC and FCC lattice. So ਸਭ ਤੋਂ ਪਹਿਲਾਂ Bragg's law in reciprocal lattice। ਇਹਦੇ ਵਿੱਚ ਧਿਆਨ ਨਾਲ ਦੇਖੋ, ਅਸੀਂ Bragg's law ਪੜ੍ਹਿਆ ਹੈ in direct lattice, that is 2d sin theta equal to n lambda। ਰੈਸੀਪ੍ਰੋਕਲ ਲੈਟਿਸ ਆਪਾਂ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਸੀ ਕਿ ਜਿਹੜੀ ਰੈਸੀਪ੍ਰੋਕਲ ਲੈਟਿਸ ਹੈ ਉਹ ਐਸਸੀ ਲੈਟਿਸ ਦੀ ਐਸਸੀ ਹੀ ਹੈ, ਬੀਸੀਸੀ ਲੈਟਿਸ ਦੀ ਉਹ ਐਫਸੀਸੀ ਬਣ ਜਾਂਦੀ ਹੈ ਤੇ ਐਫਸੀਸੀ ਲੈਟਿਸ ਦੀ ਉਹ ਬੀਸੀਸੀ ਬਣ ਜਾਂਦੀ ਹੈ। ਹੁਣ ਕਿ ਬ੍ਰੈਗਸ ਲਾ ਜਿਹੜਾ ਹੈ ਉਸ ਦੀ ਫਾਰਮ ਕਿਹੋ ਜਿਹੀ ਹੁੰਦੀ ਆ ਇਨ ਰੈਸੀਪ੍ਰੋਕਲ ਲੈਟਿਸ, ਉਹ ਅਸੀਂ ਇਹਦੇ ਵਿੱਚ ਦੇਖਣੀ ਹੈ। डायरेक्ट लैटिस ਦੇ ਵਿੱਚ ਅਸੀਂ ਬ੍ਰੈਗਸ ਲਾਅ ਡਰਾਈਵ ਕੀਤਾ ਹੋਇਆ ਹੈ, ਬ੍ਰੈਗਸ ਲਾਅ ਆਫ ਡਾਇਫਰੈਕਸ਼ਨ। ਸੋ ਇਟ ਇਜ਼ 2d sin theta equal to lambda for first order diffraction। ਉਹਦੇ ਚੋਂ sin theta ਮੈਂ ਇਸ ਤਰ੍ਹਾਂ ਲਿਖ ਸਕਦਾ ਹਾਂ, ਇਟ ਇਜ਼ 1/d over 2 by lambda। ਇਹਨੂੰ ਸੋਲਵ ਕਰਾਂਗੇ ਆਹੀ ਬਣ ਜਾਏਗਾ। ਹੁਣ ਮੈਂ ਕੀ ਕੀਤਾ, I take a vector AO ਇੱਕ ਵੈਕਟਰ ਲਿਆ ਜਿਸ ਦੀ ਲੈਂਥ ਲਈ ਆ 1 by lambda ਤੇ ਜਿਹੜਾ AO ਵੈਕਟਰ ਆ ਇਹਦੀ ਡਾਇਰੈਕਸ਼ਨ ਹੈਗੀ ਆ ਅਲੋਂਗ ਦਾ ਇਨਸੀਡੈਂਟ ਐਕਸ-ਰੇ। ਇਨਸੀਡੈਂਟ ਐਕਸ-ਰੇ ਦੇ ਬਣੀ ਇਹ ਡਾਇਰੈਕਸ਼ਨ ਆ। ਨਾਓ ਆ ਡਾਇਗਰਾਮ ਧਿਆਨ ਨਾਲ ਦੇਖੋ, ਆ AO ਵੈਕਟਰ ਲਿਆ, ਇਹਦੀ ਮੈਗਨੀਚਿਊਡ ਕਿੰਨਾ 1 by lambda ਤੇ ਇਟ ਇਜ਼ ਇਨ ਦਾ ਡਾਇਰੈਕਸ਼ਨ ਆਫ ਦੀ ਇਨਸੀਡੈਂਟ ਐਕਸ-ਰੇ। ਜਿੱਦਾਂ ਨੂੰ ਐਕਸ-ਰੇ ਹੈ ਨਾ ਉਸ ਡਾਇਰੈਕਸ਼ਨ ਦੇ ਵਿੱਚ ਆ ਇਹ AO ਵੈਕਟਰ। ਇਹ ਕੋਈ ਵੀ ਪੁਆਇੰਟ ਹੋ ਸਕਦਾ ਵਾ, ਜ਼ਰੂਰੀ ਨਹੀਂ ਕਿ ਲੈਟਿਸ ਪੁਆਇੰਟ ਹੋਵੇ। ਤੇ ਜਿਹੜਾ ਉਹ ਪੁਆਇੰਟ ਆ ਉਹ ਓਰੀਜਨ ਆ ਰੈਸੀਪ੍ਰੋਕਲ ਲੈਟਿਸ ਦਾ, ਮਤਲਬ ਰੈਸੀਪ੍ਰੋਕਲ ਲੈਟਿਸ ਦਾ ਜਿਹੜਾ ਓਰੀਜਨ ਮੰਨਦੇ ਆ ਨਾ ਉਹ ਪੁਆਇੰਟ ਲਿਆ। ਹੁਣ ਮੈਂ ਕੀ ਕੀਤਾ, ਇਹ ਨੂੰ ਸੈਂਟਰ ਮੰਨ ਕੇ ਤੇ ਇਹ ਉਹਨੂੰ ਰੇਡੀਅਸ ਮੰਨ ਕੇ ਆਈ ਡਰਾ ਅ ਸਰਕਲ। ਸਰਕਲ ਬਣੇਗਾ 2 ਡਾਇਮੈਂਸ਼ਨ 'ਚ ਤੇ ਸਫੀਅਰ ਬਣੇਗਾ 3 ਡਾਇਮੈਂਸ਼ਨ 'ਚ। ਤੇ ਜਿਹੜਾ ਉਹ ਸਫੀਅਰ ਜਾਂ ਸਰਕਲ ਬਣਦਾ ਉਹ ਅਗਰ ਪੁਆਇੰਟ B ਦੇ ਉੱਤੇ ਕੋਈ ਲੈਟਿਸ ਪੁਆਇੰਟ ਪਿਆ ਵਾ ਰੈਸੀਪ੍ਰੋਕਲ ਲੈਟਿਸ ਦੇ ਵਿੱਚ, ਤਾਂ ਉਹਦੇ 'ਚੋਂ ਅਗਰ ਉਹ ਪਾਸ ਕਰ ਰਿਹਾ ਵਾ ਪੁਆਇੰਟ B ਤੇ ਪੁਆਇੰਟ B ਦੇ ਜਿਹੜੇ ਕੋਆਰਡੀਨੇਟਸ ਨੇ ਉਹ ਹੈ H ਡੈਸ਼ K ਡੈਸ਼ L ਡੈਸ਼। ਤੇ ਹੁਣ ਉਹ ਪੁਆਇੰਟ B ਹੈ ਤੇ ਜਿਹੜਾ OB ਹੋ ਜਾਏਗਾ OB ਆ ਹੈ ਰਿਫਲੈਕਸ਼ਨ ਪਲੇਨ, ਆ ਹੌਰੀਜ਼ੌਂਟਲ ਹੈ ਪਲੇਨ ਤੋਂ ਐਕਸ-ਰੇ ਆਈ ਸਕੈਟਰ ਹੋ ਕੇ AB ਕਰਨੀ ਚਲੀ ਗਈ ਤੇ ਅਗਰ ਮੈਂ ਇਹਨੂੰ ਅੱਗੇ ਇਲੋਂਗੇਟ ਕਰਦਾ ਵਾਂ ਤਾਂ AO ਜਿਹੜਾ ਹੈ ਉਹ ਡਾਇਰੈਕਸ਼ਨ ਉਹਦੀ ਹੋਈ ਇਨਸੀਡੈਂਟ ਐਕਸ-ਰੇ ਦੀ। ਤੇ ਜੋ ਮੈਂ ਟ੍ਰਾਇੰਗਲ OAE ਲੈਣਾ ਇੱਥੇ ਤੱਕ, E ਹੈ ਨਾ ਵਾਲਾ ਪੁਆਇੰਟ ਮਿਡਲ ਪੁਆਇੰਟ, ਸੋ OAE ਜੇ ਮੈਂ ਟ੍ਰਾਇੰਗਲ ਲੈਣਾ ਤਾਂ ਉਸ ਟ੍ਰਾਇੰਗਲ ਦੇ ਵਿੱਚ OE ਦੀ ਵੈਲਿਊ ਕਿੰਨੀ ਆ ਜਾਏਗੀ 1 by lambda sin theta, ਕਿਉਂਕਿ ਆਪੋਜ਼ਿਟ ਸਾਈਡ ਹੈ OE ਆ ਜਾਏਗੀ 1 by lambda sin theta। ਤੇ OB ਕਿੰਨਾ ਆ ਜਾਏਗਾ, ਨੈਚੁਰਲੀ ਡਬਲ ਆ ਜਾਏਗਾ OE ਦਾ, ਇਟ ਇਜ਼ 2 by lambda sin theta। ਨਾਲ ਹੀ ਜਿਹੜਾ OB ਹੈ ਕਿਉਂਕਿ O ਹੈ ਓਰੀਜਨ ਤੇ B ਕੋਈ ਪੁਆਇੰਟ ਹੈ ਰੈਸੀਪ੍ਰੋਕਲ ਲੈਟਿਸ ਦੇ ਵਿੱਚ, ਸੋ OB ਇੱਕ ਤਰ੍ਹਾਂ ਨਾਲ ਮੇਰੇ ਕੋਲ ਇਹ ਰੈਸੀਪ੍ਰੋਕਲ ਲੈਟਿਸ ਵੈਕਟਰ ਹੀ ਬਣ ਗਿਆ, ਜਿਹਦੀ ਕਿ ਲੈਂਥ ਜਿਹੜੀ ਹੁੰਦੀ ਆ ਉਹ ਜਿਹੜੀ ਇੰਟਰਪਲੇਨਰ ਸਪੇਸਿੰਗ ਹੁੰਦੀ ਆ ਉਹਦਾ ਰੈਸੀਪ੍ਰੋਕਲ ਹੁੰਦਾ। ਸੋ ਇਹ ਮੈਂ ਲੈ ਲਿਆ ND, N ਇਜ਼ ਏ ਨੰਬਰ, N/D। ਉਹ ਇਹਦੇ 'ਚ ਆਪਾਂ ਦੋਨਾਂ ਨੂੰ ਕੰਪੇਅਰ ਕਰ ਲਿਆ ਇਹਨਾਂ ਨੂੰ, ਸੋ ਕੰਪੇਅਰ ਕੀਤਾ ਤਾਂ ਮੇਰੇ ਕੋਲ ਆ ਗਿਆ 2d sin theta equal to n lambda। ਇੱਕ ਤਰ੍ਹਾਂ ਨਾਲ ਇਹ ਜਿਹੜੀ ਕੰਸਟਰਕਸ਼ਨ ਮੈਂ ਕੀਤੀ ਹੈ ਨਾ, ਦਿਸ ਕੰਸਟਰਕਸ਼ਨ ਇਜ਼ ਕਾਲਡ ਇਵੋਲਵਡ ਕੰਸਟਰਕਸ਼ਨ। ਇਸ ਨੂੰ ਅਸੀਂ ਕੀ ਕਹਿੰਦੇ ਆ, ਇਵੋਲਵਡ ਕੰਸਟਰਕਸ਼ਨ। ਸੋ ਇਸ ਕੰਸਟਰਕਸ਼ਨ ਦੇ ਥਰੂ ਅਸੀਂ ਇਹ ਬ੍ਰੈਗਸ ਲਾਅ ਦੀ ਕੰਡੀਸ਼ਨ ਸੈਟਿਸਫਾਈਡ ਕੀਤੀ ਆ। ਤੇ ਅਗਰ ਮੈਂ ਇਹੀ ਚੀਜ਼ ਵੈਕਟਰ ਫਾਰਮ ਦੇ ਵਿੱਚ ਲਿਖਣੀ ਹੋਵੇ ਤਾਂ ਵੈਕਟਰ ਫਾਰਮ ਦੇ ਵਿੱਚ ਆਹੀ ਜਿਹੜਾ ਮੈਂ ਸਰਕਲ ਬਣਾਇਆ ਇਹਦਾ ਪੁਆਇੰਟ A ਇੱਥੇ ਪਿਆ, ਜਿੱਧਰ ਨੂੰ ਇਨਸੀਡੈਂਟ ਰੇ ਦੀ ਡਾਇਰੈਕਸ਼ਨ ਆ ਉਹਨੂੰ ਮੈਂ K ਵੈਕਟਰ ਨਾਲ ਡਿਨੋਟ ਕਰਤਾ,
ਜਿੱਧਰ ਨੂੰ ਸਕੈਟਰਡ ਜਾਂ ਰਿਫਲੈਕਟਡ ਰੇ ਦੀ ਡਾਇਰੈਕਸ਼ਨ ਉਹਨੂੰ ਮੈਂ ਕੇ ਡੈਸ਼ ਨਾਲ ਡਿਨੋਟ ਕਰਤਾ ਤੇ O ਤੋਂ B ਤੱਕ ਦਾ ਜਿਹੜਾ ਵੈਕਟਰ ਹੈ ਉਹਨੂੰ ਮੈਂ G ਨਾਲ ਡਿਨੋਟ ਕਰਦਾ। ਨੈਚੁਰਲੀ ਇਹ ਰੈਸੀਪ੍ਰੋਕਲ ਲੈਟਿਸ ਵੈਕਟਰ ਹੀ ਹੈ ਔਰਿਜਨ ਤੋਂ ਕਿਸੇ ਪੁਆਇੰਟ B ਦੇ ਉੱਤੇ। ਹੁਣ ਟ੍ਰਾਇੰਗਲ ਆਫ ਵੈਕਟਰਸ ਲਗਾਇਆ ਤਾਂ ਕੇ ਡੈਸ਼ ਕਾਹਦੇ ਬਰਾਬਰ ਹੋ ਜਾਏਗਾ, ਕੇ ਪਲਸ ਜੀ। ਇਹ ਕੇ ਪਲਸ ਜੀ ਦੇ ਬਰਾਬਰ ਹੋ ਜਾਏਗਾ ਤੇ ਨਾਲ ਹੀ ਮੈਂ ਦੋਹਾਂ ਦਾ ਮੈਗਨੀਚਿਊਡ ਬਰਾਬਰ ਕਰਤਾ ਕੇ ਡੈਸ਼ ਤੇ ਕੇ ਦਾ, ਕਿਉਂਕਿ ਸਰਕਲ ਦਾ ਇਹ ਵੀ ਰੇਡੀਅਸ ਆ ਤੇ ਉਹ ਵੀ ਰੇਡੀਅਸ ਆ। ਸੋ ਕੇ ਇਹਦਾ ਸਕੇਅਰ ਕਰ ਲਿਆ ਮੈਗਨੀਚਿਊਡ ਦਾ, ਕੇ ਡੈਸ਼ ਸਕੇਅਰ ਕੇ ਡੈਸ਼ ਸਕੇਅਰ। ਸੋ ਕੇ ਡੈਸ਼ ਸਕੇਅਰ ਨੂੰ ਮੈਂ ਲਿਖ ਸਕਦਾ ਵਾ ਕੇ ਡੈਸ਼ ਵੈਕਟਰ ਡਾਟ ਪ੍ਰੋਡਕਟ ਕੇ ਡੈਸ਼ ਵੈਕਟਰ, ਸੋ ਕੇ ਸਕੇਅਰ ਆ ਜਾਏਗਾ। ਸੋ ਕੇ ਡੈਸ਼ ਵੈਕਟਰ ਹੈ ਕੇ ਪਲਸ ਜੀ, ਮੈਂ ਪੁੱਟ ਕਰਤਾ ਸੋਲਵ ਕੀਤਾ ਤਾਂ ਆ ਮੇਰੇ ਕੋਲ ਰਿਲੇਸ਼ਨ ਆ ਗਿਆ। ਸੋ ਦਿਸ ਇਜ਼ ਦਾ ਰਿਲੇਸ਼ਨ ਆਫ ਬ੍ਰੈਗਸ ਲਾ। ਕਾਹਦੇ ਚ ਆਇਆ ਹੈ, ਇਨ ਰੈਸੀਪ੍ਰੋਕਲ ਲੈਟਿਸ ਤੇ ਵੈਕਟਰ ਫਾਰਮ ਚ ਆਇਆ। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ। ਅਗਰ ਤੁਹਾਨੂੰ ਆ ਜਾਏ ਕਿ ਡਿਰਾਈਵ ਬ੍ਰੈਗਸ ਲਾ ਇਨ ਰੈਸੀਪ੍ਰੋਕਲ ਲੈਟਿਸ, ਸੋ ਸਭ ਤੋਂ ਪਹਿਲਾਂ ਤੁਸੀਂ ਇਵਾਲਵਸ ਕੰਸਟਰਕਸ਼ਨ ਇਹ ਸਰਕਲ ਬਣਾਉਣਾ ਤੇ ਉਸ ਤੋਂ ਬਾਅਦ ਤੁਸੀਂ ਇਹ ਡਿਰਾਈਵ ਕਰਨਾ ਹੈ ਬ੍ਰੈਗਸ ਲਾ ਇਨ ਰੈਸੀਪ੍ਰੋਕਲ ਲੈਟਿਸ। ਨਾउ another important is Brillouin zones। ਇਹ ਵੀ ਇੱਕ ਇੰਪੋਰਟੈਂਟ ਟੌਪਿਕ ਹੈ। Brillouin zone ਕੀ ਹੈ? ਦੇਖੋ Brillouin zone ਕੀ ਹੈ ਕਿ ਤੁਹਾਡੇ ਕੋਲ ਆਇਆ ਹੈ ਬ੍ਰੈਗਸ ਲਾ, ਆਪਾਂ ਪੜ੍ਹ ਕੇ ਹਟੇ ਨਾ ਹੁਣੇ ਇਨ ਰੈਸੀਪ੍ਰੋਕਲ ਲੈਟਿਸ। ਉਹ ਸਾਰੀਆਂ ਕੇ ਦੀਆਂ ਵੈਲਿਊਜ਼, ਜਿੰਨੀਆਂ ਵੀ ਕੇ ਦੀਆਂ ਵੈਲਿਊਜ਼ ਨੇ, ਜਿਹੜੀਆਂ ਕੇ ਦੀਆਂ ਵੈਲਿਊਜ਼ ਆਹ ਵਾਲੀ ਬ੍ਰੈਗਸ ਲਾ ਨੂੰ ਸੈਟਿਸਫਾਈ ਕਰਦੀਆਂ ਨੇ, ਉਹਨਾਂ ਦਾ ਜਿਹੜਾ ਲੋਕਸ ਆ, ਠੀਕ ਹੈ ਨਾ, the locus of all that values of k that are satisfied by Bragg's law, they are, this is called Brillouin zone। so Brillouin zone की है, it is a set of all the values of k values which are satisfying this vector form of Bragg's law। ਤੇ ਜਿਹੜਾ ਇਹਨਾਂ ਦਾ ਸਾਰੇ ਕੇ ਵੈਕਟਰਸ ਹੋਣਗੇ, ਇਹਨਾਂ ਦਾ ਜਿਹੜਾ ਕਾਮਨ ਪੋਰਸ਼ਨ ਹੈ ਦੈਟ ਇਜ਼ ਦਾ ਬ੍ਰਿਲੋਇਨ ਜ਼ੋਨ। ਸੋ ਕਿਸ ਤਰ੍ਹਾਂ ਨਾਲ ਅਸੀਂ ਬ੍ਰਿਲੋਇਨ ਜ਼ੋਨ ਕੰਸਟਰਕਟ ਕਰਨਾ ਵਾ, ਸਭ ਤੋਂ ਪਹਿਲਾਂ ਮੈਂ ਇੱਕ ਸਿੰਪਲ ਸਕੁਅਰ ਲੈਟਿਸ ਲੈ ਲਈ 2 ਡਾਇਮੈਂਸ਼ਨ ਦੀ, ਜਿਹਦੀ ਸਾਈਡ ਇਹ ਆ, ਇਹਦਾ ਅਸੀਂ ਬ੍ਰਿਲੋਇਨ ਜ਼ੋਨਸ ਕੰਸਟਰਕਟ ਕਰਾਂਗੇ। ਸੋ ਇੰਪੋਰਟੈਂਟ ਆ, ਪੇਪਰ 'ਚ ਆ ਜਾਂਦਾ। ਸੋ ਪਹਿਲਾਂ ਤਾਂ ਜਿਹੜੀ ਸਕੁਅਰ ਲੈਟਿਸ ਆ ਉਹਦੇ ਪ੍ਰਿਮਿਟਿਵ ਟ੍ਰਾਂਸਲੇਸ਼ਨ ਵੈਕਟਰਸ ਲਿਖ ਲਏ। ਸੋ ਇਹ ਤਾਂ ਸਿੰਪਲ ਹੈ, AI ਕੈਪ ਤੇ BJ ਕੈਪ, ਤੇ ਉਹਨਾਂ ਦੇ ਜਿਹੜੇ ਰੈਸੀਪ੍ਰੋਕਲ ਲੈਟਿਸ ਵੈਕਟਰਸ ਨੇ ਕੋਰਸਪੋਂਡਿੰਗ, ਉਹ ਲਿਖ ਲਈ A ਸਟਾਰ ਤੇ B ਸਟਾਰ, ਹੈ ਨਾ। ਤੇ ਲੈਟਿਸ ਇਹਦਾ ਦਾ ਜਿਹੜਾ ਹੈਗਾ ਰੈਸੀਪ੍ਰੋਕਲ ਲੈਟਿਸ ਵੈਕਟਰ ਉਹ ਆ ਲਿਖ ਲਿਆ, ਕਿਉਂਕਿ ਹੁਣ ਇੱਥੇ C ਨਹੀਂ ਨਾ ਆਉਣਾ ਹੈਗਾ, 2 ਡਾਇਮੈਂਸ਼ਨ HA ਸਟਾਰ ਤੇ BA ਸਟਾਰ, ਜਿੱਥੇ ਮੈਂ ਇਹ ਪੁੱਟ ਕੀਤੀ A ਸਟਾਰ ਦੀ ਤੇ B ਸਟਾਰ ਦੀ ਵੈਲਿਊ A ਇਕੁਅਲ ਟੂ B ਹੈ, ਕਿਉਂਕਿ ਇਹ ਸਕੁਅਰ ਆ। ਸੋ 2 ਪਾਈ ਬਾਈ A HI ਪਲਸ KJ, ਇਹ ਤੁਹਾਡੇ ਕੋਲ G ਦੀ ਵੈਲਿਊ ਆ। ਕੀ ਕਿਹਾ ਸੀ ਬ੍ਰਿਲੋਇਨ ਜ਼ੋਨ, ਉਹ ਸਾਰੀਆਂ ਕੇ ਦੀਆਂ ਵੈਲਿਊਜ਼ ਜਿਹੜੀ ਆਹ ਵਾਲੀ ਇਕੁਏਸ਼ਨ ਨੂੰ ਸੈਟਿਸਫਾਈ ਕਰ, ਤੇ ਮੈਂ ਸਭ ਕੁਝ ਇੱਥੇ A ਦੇ ਵਿੱਚ ਪੁੱਟ ਕਰ ਦਾਂਗਾ। ਸੋ ਵੇਵ ਵੈਕਟਰ ਜਿਹੜਾ ਕੇ ਹੈ ਉਹ ਕੋਈ ਵੀ ਆਰਬਿਟਰੀ ਉਹਦੇ ਮੈਂ ਰੈਜ਼ੋਲੂਸ਼ਨ ਲੈ ਲੈ KXI ਕੈਪ ਪਲਸ KYJ ਕੈਪ, ਤੇ ਵੈਲਿਊਜ਼ ਤੁਸੀਂ ਕੇ ਦੀ ਤੇ G ਦੀ ਇਸ ਬ੍ਰੈਗਸ ਲਾਅ ਦੇ ਵਿੱਚ ਪੁੱਟ ਕਰ ਦਿਓ। ਸੋ G ਦੀਆਂ ਵੈਲਿਊਜ਼ ਤੇ ਕੇ ਦੀਆਂ ਵੈਲਿਊਜ਼ ਬ੍ਰੈਗ ਲਾਅ ਪੁੱਟ ਕਰੋਗੇ ਤਾਂ ਆਹ ਤੁਹਾਡੇ ਕੋਲ ਕੰਡੀਸ਼ਨ ਆ ਜਾਏਗੀ। So this is a family of straight line। ਇਹ ਕਾਹਦੀ ਇਕੁਏਸ਼ਨ ਹੈ, ਫੈਮਿਲੀ ਆਫ ਸਟ੍ਰੇਟ ਲਾਈਨਸ। ਇਹਦੇ ਵਿੱਚੋਂ ਕਾਫੀ ਸਾਰੀਆਂ ਸਟ੍ਰੇਟ ਲਾਈਨਸ ਨੇ ਜਿਹੜੀਆਂ ਕਿ ਇੱਕ ਕਰਕੇ ਮੈਂ ਇਹਦੇ ਵਿੱਚੋਂ ਪੁਆਇੰਟ ਆਊਟ ਕਰਾਂਗਾ। ਸਭ ਤੋਂ ਪਹਿਲਾਂ ਅਗਰ ਮੈਂ KX ਦੀ ਵੈਲਿਊ ਫਾਈਂਡ ਕਰਨੀ ਹੋਵੇ, ਸੋ KX ਆ ਜਾਏਗਾ ਤੁਹਾਡੇ ਕੋਲ ਪਾਈ ਬਾਈ H ਸਕੇਅਰ ਪਲਸ K ਸਕੇਅਰ ਓਵਰ H। KY ਨੂੰ ਮੈਂ 0 ਕਰਤਾ। ਇਸੇ ਤਰ੍ਹਾਂ KY ਫਾਈਂਡ ਕਰ ਲਓ KX ਨੂੰ 0 ਕਰਕੇ। ਹੁਣ KX ਤੇ KY ਆ ਗਿਆ ਤੁਹਾਡੇ ਕੋਲ। ਹੁਣ ਅਸੀਂ ਇੱਕ ਕੰਡੀਸ਼ਨ ਲਈ ਕਿ H 0 ਆ ਮੇਰੇ ਕੋਲ ਤੇ K ਦੀ ਵੈਲਿਊ +-1 ਆ, ਮਤਲਬ ਇਹ ਵਾਲਾ ਮੈਂ HKL ਵਾਲਾ ਪਲੇਨ ਲਿਆ, ਠੀਕ ਹੈ ਨਾ। ਇਹ ਵੈਲਿਊਜ਼ ਪੁੱਟ ਕੀਤੀਆਂ ਜਾਂ K ਦੀ ਵੈਲਿਊ 0 H +-1 ਤਾਂ ਉੱਥੋਂ ਮੇਰੇ ਕੋਲ ਇਹ 4 ਲਾਈਨਸ ਆਈਆਂ ਨੇ, KX +-a, KY +-a, है ना, 4 आ गया।
के एक्स प्लस माइनस ए, दो आ गया के एक्स प्लस माइनस ए, वही दो लाइनें बन गई ना, एक आ गई के एक्स पाई बाई ए, एक आ गई के एक्स माइनस पाई बाई ए। उस तरह के वाई पाई बाई ए तो के वाई माइनस पाई बाई ए। ਤੇ ਚਾਰ ਲਾਈਨਾਂ ਤੁਸੀਂ ਇੱਥੇ ਡਰਾ ਕਰ ਲਓ। ਇੱਥੇ ਅਸੀਂ ਡਰਾ ਕੀਤੀਆਂ, ਦੇਖੋ ਕੇ ਵਾਈ पाई बाई ए तो के वाई माइनस पाई बाई अब विचाले है ना ओरिजिन। इसी तरह इधर के एक्स माइनस पाई बाई ए तो के एक्स पाई बाई। तो ये चार लाइना ड्रॉ करतियाँ, इन्हों का कॉमन पोर्शन आ गया आ वाला वाइट वाला। तो ये थोड़े को फर्स्ट ब्रिलोइन जोन आ गया, कॉमन पोर्शन ऑफ दीज टू लाइन्स। नाउ तो फोर लाइन्स ये असी प्लॉट करतियाँ, ये इन्हों का कॉमन पोर्शन है। कुछ होर लाइन्स भी आ जाएगियाँ, जिस तरह कि आह हैगी है प्लस माइनस के एक्स प्लस माइनस के वाई इक्वल टू 2 पाई बाई। तो ये जिहड़ा है ये वैल्यूज़ ने जिहड़ियां ये आपां नूं अलग अलग लाइन्स देणगियां। सिमिलरली अगर के एक्स प्लस माइनस 2 पाई बाई ए है तो के वाई प्लस माइनस 2 पाई बाई है, इसका सैकेंड ब्रिलोइन जोन आ जाएगा। ध्यान नाल देखो, चार लाइनां दा फर्स्ट आ गया। हुण मेरे कोल किहड़ा है के एक्स प्लस के वाई माइनस 2 पाई बाई ए, एक आ लाइन बन जाएगी। एक आ जाएगी के एक्स प्लस के वाई माइनस 2 पाई बाई, दो लाइनां आह, इसी तरह दो लाइनां आह। इन्हां दा जिहड़ा कॉमन होएगा एक्सेप्ट दिस फर्स्ट ब्रिलियन जोन, आ कॉमन आ जाएगा ना पोर्शन, दिस 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 एंड दिस, इट इज़ द सेकेंड ब्रिलोइन जोन। ठीक है बच्चों, इस सेकेंड ब्रिलोइन जोन आ जाएगा। तो इसी तरह थर्ड ब्रिलोइन जोन आ जाएगा आ वाला। सो दैट इज हाउ वी कैन कंस्ट्रक्ट द ब्रिलोइन जोन्स। तो इस तरह के नाल तुसी ब्रिलोइन जोन्स नूं कंस्ट्रक्ट कर लेंगे। द फॉर्म ऑफ द ब्रिलोइन जोन इन 3 डिमेंशनस, जो 3 डिमेंशनस है तो वही कंडीशन इस तरह की बन जाएगी नैचुरली, क्योंकि 3 डिमेंशन च अपन के जेड भी लेना पड़ेगा। So this is the construction of Brillouin zone for square lattice। फिर ऐसी लैटिस के लिए भी देख लेंगे ਆਪਾਂ। सो बड़ा सिंपल है, अगर ऐसी लैटिस है तो ਉਹਦੇ ਵਿੱਚ ਸਾਰੇ जिन्ने भी साइड्स ने वो सेम होंगे, ए होगी ਉਹਦੀ साइड क्यूब की, ਤੇ क्यूब की साइड ए है तो फिर सो ਇਹਦੇ ਵਿੱਚ ਐਸੀ ਲੈਟਿਸ, तो ਐਸੀ ਲੈਟਿਸ ਦੇ ਵਿੱਚ ਉਹਨਾਂ ਦਾ ਬ੍ਰਿਲੋਇਨ ਜ਼ੋਨ ਹੈ ਜਿਹੜਾ ਉਹਦੀਆਂ ਸਾਈਡਸ ਕੀ ਹੋਣਗੀਆਂ 2 ਪਾਈ ਬਾਈ ਏ। ਤੇ ਜੇ ਮੈਂ BCC ਲੈਟਿਸ ਦੇ ਬ੍ਰਿਲੋਇਨ ਜ਼ੋਨ ਬਣਾਉਣੇ ਆ ਤਾਂ ABC ਉਹਦੇ ਪ੍ਰਿਮਿਟਿਵ ਟ੍ਰਾਂਸਲੇਸ਼ਨ ਵੈਕਟਰਸ ਨੇ। ਰੈਸੀਪ੍ਰੋਕਲ ਲੈਟਿਸ ਦੇ ਵਿੱਚ ਆਪਾਂ ਦੇਖਿਆ ਵਾ A ਸਟਾਰ B ਸਟਾਰ C ਸਟਾਰ ਬਣ ਜਾਂਦੇ ਨੇ, ਆਹ ਜਿਹੜੇ ਉਹਦੇ ਪ੍ਰਿਮਿਟਿਵ ਟ੍ਰਾਂਸਲੇਸ਼ਨ ਵੈਕਟਰਸ। ਹੁਣ G की है HA स्टार K B स्टार LC स्टार, ये वैल्यूज़ पुट कर दो तुसी, A स्टार B स्टार C स्टार दी आ जाएगा। तो ये G की वैल्यू नूं अगर तुसी ब्रैग्स लॉ दे विच पुट करोगे K डॉट G प्लस G स्केयर, तो उत्थों आह कंडीशन आउणगियां 12 वैक्टर्स दियां। सो ये जिहड़े 12 वैक्टर्स ने इन्हां दा जिहड़ा कॉमन पोर्शन होएगा डैट विल बी द ब्रिलोइन जोन रोम्बिक डो डेकाहीड्रन। ਤੇ ਬ੍ਰਿਲੋਇਨ ਜ਼ੋਨ ਆਫ FCC ਲੈਟਿਸ ਕੀ ਹੋ ਜਾਏਗਾ ABC ਐਂਡ ਪ੍ਰਿਮਿਟਿਵ ਟ੍ਰਾਂਸਲੇਸ਼ਨ ਵੈਕਟਰਸ ਉਹਦੇ ਹੋ ਜਾਣਗੇ ਆਹ ਵਾਲੇ। ਇਹ ਵੀ ਆਪਾਂ ਪੜ੍ਹੇ ਹੋਏ ਆ, ਇਹਦਾ ਵੀ ਤੁਸੀਂ G फाइंड कर लियो, सारा मैथमेटिकल है, फाइंड करोगे G की वैल्यू आ जाएगी। तो इनू अगर तुसी ब्रैक्स ला दे विच पुट करोगे तो उत्थों 8 वैक्टर्स आएंगे, कंडीशन आएगी। सो ये जो 8 वैक्टर्स ने
ਇਹਨਾਂ ਦਾ ਕਾਮਨ ਪੋਰਸ਼ਨ ਜਿਹੜਾ ਹੋਏਗਾ ਆਹ ਵਾਲਾ truncated octahedron, that will be the Brillouin zone. So this was all about Brillouin zone. Thank you all of you.